ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਧ ਆਗਿਆ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਇਹੇ ਤੇਹਾ ਹਉ ਕਰੀ ਵਖਿਆਨ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਸ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ। ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ। ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਘਰ ਕੇ ਗੋਲੇ ਜੀ, ਨਾਨਕ ਘਰ ਕੇ ਗੋਲੇ ਜੀ। ਘਰ ਕੇ ਗੋਲੇ ਜੀ, ਨਾਨਕ ਘਰ ਕੇ ਗੋਲੇ ਜੀ। ਘਰ ਕੇ ਗੋਲੇ ਜੀ, ਘਰ ਕੇ ਗੋਲੇ ਜੀ। ਨਾਨਕ ਘਰ ਕੇ ਗੋਲੇ ਜੀ, ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ।
ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ। तेरो अंत ना किन्ही लहिए, कोट अपराध हमारे खंड हो। अनक विधि समझाव हो, हम अज्ञान अल्प मत थोरी। तुम्हें आपन बिरद रखाव हो, तुमरी शरण तुम्हारी आशा। तुम ही सज्जन सहेले, रख हो राखनहार दयाला। नानक खर के गोले, राखो राखनहार दयाला। नानक खर के गोले जी, राखो राखनहार दयाला। नानक खर के गोले जी। राखो राखण हार दयाला, नानक घर के गोले जी। राखो राखण हार दयाला, नानक घर के गोले जी। राखो राखण हार दयाला, नानक खर के गोले जी। करके गोले जी, करके गोले जी। नानक करके गोले, करके गोले जी। करके गोले जी, नानक घर के गोले जी। नानक घर के गोले, घर के गोले जी। राखो राखण हार दयाला, नानक घर के गोले जी। राखो राखण हार दयाला, नानक घर के गोले जी। आए प्रभ सुर नागती, कृपा निधि दया। एक अखर हर मन वस्त, नानक होत निहाल। परम सत्कारयोग सतगुरु जी ਦਾ ਖਾਸ ਰੂਪ ਗੁਰੂ ਸਵਾਰੇ, ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ। ਸਰਬੱਤ ਹੀ ਮਾਈ ਭਾਈ ਪੂਰਨ ਮਹਾਂਪੁਰਖਾਂ ਦੇ ਤਪ ਅਸਥਾਨ 'ਤੇ ਅਸੀਂ ਸਾਰੇ ਹੀ ਹਾਜ਼ਰੀਆਂ ਭਰਨ ਵਾਸਤੇ, ਨਤਮਸਤਕ ਹੋਣ ਵਾਸਤੇ
ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ। ਸਾਡੇ ਸਾਰਿਆਂ ਦੇ ਵੱਡੇ ਭਾਗ ਨੇ। ਸਭ ਤੋਂ ਪਹਿਲਾਂ ਰਸਨਾ ਦੀ ਸਫਲਤਾ ਵਾਸਤੇ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨ ਨੇ, ਵਡਭਾਗੀ ਹਰ ਸੰਗਤ ਪਾਵਹਿ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਇਹ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ। ਦਾਸ ਤੋਂ ਪਹਿਲਾਂ ਮਹਾਂਪੁਰਖ ਬਾਬਾ ਗੁਰਜੰਟ ਸਿੰਘ ਜੀ ਬਚਨ ਕਰਦੇ ਸੀ, ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੋਈ ਹੈ, ਪਰ ਕੁਝ ਟੋਲੀਆਂ ਬਣਾ ਕੇ ਖੜੇ ਨੇ, ਕੁਝ ਲੰਗਰ ਦੇ ਵਿੱਚ, ਕੁਝ ਆਸੇ ਪਾਸੇ ਸੰਗਤਾਂ ਘੁੰਮਦੀਆਂ। ਘੁੰਮਦੇ ਕੌਣ ਨੇ? ਜਿਨ੍ਹਾਂ ਦੇ ਭਾਗ ਚੰਗੇ ਨਹੀਂ, ਜਿਨ੍ਹਾਂ ਦੇ ਮਾੜੇ ਕਰਮ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੂੰ ਗੁਰਮੁਖ ਗੁਰਸਿੱਖ ਇਕੱਠੇ ਹੋ ਕੇ ਬੇਨਤੀ ਕਰਦੇ ਨੇ, ਭਾਈ ਸਾਹਿਬ ਜੀ ਤੁਸੀਂ ਸਤ ਸੰਗਤ ਦੀ ਮਹਿਮਾ ਬਹੁਤ ਦਰਸਾਈ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਪੜ੍ਹੋ, ਮਹਾਰਾਜ ਜੀਆਂ ਦੀ ਗੁਰਬਾਣੀ ਦੇ ਅੰਦਰ ਵੀ ਸਤਿਗੁਰੂ ਜੀ ਨੇ ਸਤ ਸੰਗਤ ਨੂੰ ਬਹੁਤ ਮਹਾਨਤਾ ਦਿੱਤੀ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕੀਤੇ ਨੇ ਵੀ ਜਿਹੜੇ ਸਤ ਸੰਗਤ ਕਰਦੇ ਨੇ ਉਹਨਾਂ ਦੇ ਵੱਡੇ ਭਾਗ ਨੇ। ਤੇ ਸਾਧ ਸੰਗਤ ਜੀ ਹੁਣ ਮੁਖੀ ਗੁਰਮੁਖ ਇਕੱਠੇ ਹੋ ਕੇ ਕਹਿਣ ਲੱਗੇ, ਭਾਈ ਸਾਹਿਬ ਜੀ ਇਹ ਦੱਸੋ ਜਿਨ੍ਹਾਂ ਦੇ ਮਾੜੇ ਕਰਮ ਨੇ ਉਹ ਕਿਹੋ ਜਿਹੇ ਨੇ, ਉਹਨਾਂ ਵਾਸਤੇ ਵੀ ਚਾਨਣਾ ਪਾਓ। ਫਿਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਦੇਖੋ ਸਾਡੇ ਘਰਾਂ ਦੇ ਵਿੱਚ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ, ਉਹਨਾਂ ਦੇ ਲੇਵੇ ਤੇ ਚਿੱਚੜ ਲੱਗ ਜਾਂਦੇ ਨੇ, ਪਰ ਸਾਧ ਸੰਗਤ ਜੀ ਜਿਹੜੇ ਚਿੱਚੜ ਨੇ ਉਹ ਖੂਨ ਪੀਂਦੇ ਨੇ, ਅੰਮ੍ਰਿਤ ਦੁੱਧ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਇਸੇ ਤਰ੍ਹਾਂ ਜਿਹੜੇ ਮਨਮੁਖ ਪਾਪੀ ਪੁਰਸ਼ ਨੇ ਉਹ ਫਿਰ ਕੀ ਕਰਦੇ ਨੇ, ਗੁਰੂ ਦੇ ਦੁਆਰੇ ਆ ਵੀ ਜਾਂਦੇ ਨੇ। ਜਿਵੇਂ ਗੁਸਾਈ ਤੁਲਸੀਦਾਸ ਜੀ ਜਿਨ੍ਹਾਂ ਨੇ ਰਾਮਾਇਣ ਦੀ ਰਚਨਾ ਕੀਤੀ ਹੈ, ਉਹਨਾਂ ਦੇ ਵੀ ਬਚਨ ਨੇ, ਤੁਲਸੀ ਪੂਰਬਲੇ ਕਰਮ ਬਿਨ ਹਰਜਾ ਸੁਣਿਆ ਨਾ ਜਾਏ, ਕਿਆ ਊਂਗਾ ਕਿਆ ਲਰਮਰੈ ਕਿਆ ਘਰ ਕੋ ਉੱਠ ਜਾਏ। ਤਿੰਨ ਵਿਘਨ ਦੱਸੇ ਨੇ। ਇੱਕ ਤਾਂ ਉਹ ਲੋਕ ਜਿਹੜੇ ਸਤ ਸੰਗਤ ਦੇ ਵਿੱਚ ਆ ਕੇ ਬੈਠ ਵੀ ਜਾਂਦੇ ਆ, ਜਿਵੇਂ ਹੁਣ ਪੱਖੇ ਚੱਲਦੇ ਆ, ਏਸੀ ਚੱਲ ਰਹੇ ਨੇ, ਉਹਨਾਂ ਨੂੰ ਨੀਂਦ ਆਉਣ ਲੱਗ ਜਾਂਦੀ ਹੈ। ਸਾਧ ਸੰਗਤ ਜੀ ਨੀਂਦ ਵੀ ਇੱਕ ਵਿਘਨ ਹੈ। ਕਿਆ ਊਂਗਾ ਕਿਆ ਲਰਮਰੈ, ਕਈ ਈਰਖਾ ਦੇ ਮਾਰੇ ਹੋਏ ਲੜ ਕੇ ਚਲੇ ਜਾਂਦੇ ਨੇ। ਇੱਕ ਉਹ ਲੋਕ ਨੇ, ਕਿਆ ਊਂਗਾ ਕਿਆ ਲਰਮਰੈ ਕਿਆ ਘਰ ਕੋ ਉੱਠ ਜਾਏ, ਕਈ ਉਹ ਨੇ ਆ ਕੇ ਨਮਸਕਾਰ ਕੀਤੀ, ਘਰੇ ਵੀ ਕੁਝ ਨਹੀਂ ਕਰਨਾ, ਚਲੇ ਜਾਣਾ ਹੈ, ਰਸਤਿਆਂ ਦੇ ਵਿੱਚ ਫਿਰਦੇ ਰਹਿਣਗੇ, ਆਸੇ ਪਾਸੇ ਫਿਰਦੇ ਰਹਿਣਗੇ। ਤੇ ਸਾਧ ਸੰਗਤ ਜੀ ਜਿਹੜੀ ਸਤ ਸੰਗਤ ਹੈ ਉਹਦਾ ਲਾਹਾ ਕੌਣ ਖੱਟਦੇ ਨੇ? ਜਿਨ੍ਹਾਂ ਦੇ ਵੱਡੇ ਭਾਗ ਨੇ। ਮਹਾਰਾਜ ਜੀ ਕਹਿੰਦੇ ਸਤ ਸੰਗਤ ਹੈ ਜਿਹੜੀ, ਉਹਦੇ ਵਿੱਚ ਗੁਰਮੁਖ ਲਾਹਾ ਖੱਟਦੇ ਨੇ। ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਦੀ ਬਾਬਤ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਨੇ। ਮਹਾਰਾਜ ਜੀ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪਨੀਤ। ਪਾਪੀ ਵੀ ਪਵਿੱਤਰ ਹੋ ਜਾਂਦੇ ਨੇ ਸੰਗਤ ਕਰਕੇ। ਪਰ ਮਹਾਰਾਜ ਜੀ ਕਹਿੰਦੇ ਸਤ ਸੰਗਤ ਦੇ ਵਿੱਚੋਂ ਲਾਹਾ ਖੱਟਣ ਵਾਲੇ ਬਿਰਲੇ ਬਿਰਲੇ ਨੇ, ਜਿਨ੍ਹਾਂ ਦੀ ਖਾਤਰ ਸਤਿਗੁਰੂ ਜੀ ਦੇ ਵਚਨ ਨੇ,
ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਬਿਰਲੇ ਬਿਰਲੇ ਨੇ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਨਾਮ ਦੇ ਵਪਾਰੀ, ਨਾਮ ਦੇ ਵਪਾਰੀ, ਤੇਰੇ ਨਾਮ ਦੇ ਵਪਾਰੀ, ਨਾਮ ਦੇ ਵਪਾਰੀ, ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਹਾਂਜੀ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਬਿਰਲੇ ਬਿਰਲੇ ਨੇ ਸਾਧ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਜਗ ਮਹਿ ਉਤਮ ਕਾਢੀਐ ਬਿਰਲੇ ਕੇਈ ਕੇ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਪਿਆਰੇ ਸਤ ਸੰਗਤ ਦੇ ਵਿੱਚ ਆ ਕੇ ਲਾਹਾ ਖੱਟਦੇ ਨੇ ਜਿਨ੍ਹਾਂ ਤੇ ਬਖਸ਼ਿਸ਼ ਹੈ। ਸਤ ਸੰਗਤ ਜਿਹਦੀ ਬਾਬਤ ਮਹਾਰਾਜ ਜੀ ਕਹਿੰਦੇ ਸਤ ਸੰਗਤ ਤੋਂ ਬਿਨਾ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਕਿਸੇ ਪੂਰਨ ਮਹਾਂਪੁਰਖਾਂ ਦੀ, ਉਹ ਫਿਰ ਮਨੁੱਖਾ ਜਨਮ ਵੀ ਸਫਲਾ ਨਹੀਂ ਕਰ ਸਕਦੇ। ਮਹਾਰਾਜ ਜੀ ਕਹਿੰਦੇ ਸਾਧੂ ਸੰਗ ਸਿਖਾਇਓ ਨਾਮ, ਨਾਮ ਜਪਣ ਦੀਆਂ ਜੁਗਤੀਆਂ ਸਾਧੂ ਮਹਾਤਮਾ ਪਰਮੇਸ਼ਰ ਦੇ ਪਿਆਰੇ ਦਰਸਾਉਂਦੇ ਨੇ। ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਸੇਵਾ ਤੇ ਸਿਮਰਨ ਨੂੰ ਪ੍ਰਧਾਨਤਾ ਮਿਲੀ ਹੈ। ਸੇਵਾ ਤੇ ਸਿਮਰਨ ਪਰਮੇਸ਼ਰ ਦੇ ਪਿਆਰੇ ਹੀ ਦੱਸ ਸਕਦੇ ਨੇ ਕਿਵੇਂ ਕਰਨੀ ਹੈ। ਅੱਜ ਸਾਧ ਸੰਗਤ ਜੀ ਸਾਡੀ ਕੌਮ ਦੇ ਵਿੱਚ ਪ੍ਰਚਾਰਕ ਬਹੁਤ ਨੇ, ਪਰ ਸਾਰੇ ਸਤਿਕਾਰਯੋਗ ਨੇ। ਦੇਖਿਆ ਜਾਵੇ ਇੱਕ ਉਹ ਨੇ ਜਿਨ੍ਹਾਂ ਨੇ ਪੂਰਨ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ, ਉਹਨਾਂ ਤੋਂ ਬਖਸ਼ਿਸ਼ਾਂ ਲਈਆਂ ਨੇ। ਸਾਧੂ ਮਹਾਤਮਾ ਦੱਸਦੇ ਨੇ ਭਾਈ ਨਾਮ ਕਿਵੇਂ ਜਪਣਾ ਹੈ, ਇਹ ਉਕਤੀਆਂ ਜੁਗਤੀਆਂ ਸਾਧੂ ਪਰਮੇਸ਼ਰ ਦੇ ਪਿਆਰੇ ਹੀ ਦੱਸ ਸਕਦੇ ਨੇ। ਤੇ ਜਿਹੜੇ ਤਰਕਵਾਦੀ ਨੇ ਉਹ ਨਾਮ ਜਪਣ ਨੂੰ ਵੀ ਤੋਤਾ ਰਟਣ ਕਹਿੰਦੇ ਨੇ। ਪਰ ਸਾਧ ਸੰਗਤ ਜੀ ਪਰਮੇਸ਼ਰ ਦੇ ਪਿਆਰੇ ਨੇ ਜਿਹੜੇ ਜ਼ਿੰਦਗੀ ਨੂੰ ਪਲਟਾ ਖਵਾ ਦਿੰਦੇ ਨੇ। ਐਸੇ ਮਹਾਂਪੁਰਖ ਜਿਨ੍ਹਾਂ ਦੀ ਅਸੀਂ ਸੰਗਤ ਦੇ ਵਿੱਚ ਜਿੰਨੇ ਕੁ ਬੈਠੇ ਆ ਸਾਰੇ ਸੰਗਤ ਕਰਨ ਵਾਲੇ ਆ, ਉਹਨਾਂ ਦੀ ਸੰਗਤ ਕੀਤੀ ਮਹਾਂਪੁਰਖਾਂ ਦੀ।
ਉਹਨਾਂ ਮਹਾਂਪੁਰਖਾਂ ਨੇ ਆ ਧਰਤੀ ਨੂੰ ਰੰਗ ਚਾੜਿਆ, ਆਪ ਬੰਦਗੀ ਕੀਤੀ, ਤਪੱਸਿਆ ਕੀਤੀ, ਕਿੰਨਾ ਕਠਿਨ ਤਪ ਉਹਨਾਂ ਮਹਾਂਪੁਰਖਾਂ ਨੇ ਕੀਤਾ। ਪਰਮੇਸ਼ਰ ਦੇ ਪਿਆਰੇ ਸੰਸਾਰ ਤੇ ਆਉਂਦੇ ਨੇ ਸੰਸਾਰੀ ਜੀਵਾਂ ਦਾ ਆਧਾਰ ਕਰਨ ਵਾਸਤੇ, ਪਰ ਸਾਧ ਸੰਗਤ ਜੀ ਸਤ ਸੰਗਤ ਜਿਨ੍ਹਾਂ ਨੇ ਕੀਤੀ, ਮਹਾਰਾਜ ਜੀ ਕਹਿੰਦੇ ਪਾਪੀ ਪੁਰਸ਼ ਵੀ ਪਵਿੱਤਰ ਹੋ ਜਾਂਦੇ ਨੇ। ਥੋੜ੍ਹਾ ਸਮਾਂ ਆਪਾਂ ਇਤਿਹਾਸ ਦੇ ਨਾਲ ਜੁੜੀਏ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂ ਇਸ ਜੇਠ ਦਾ ਮਹੀਨਾ ਜਿਹੜਾ ਬੀਤ ਚੁੱਕਿਆ ਨਾ, ਇਹਦੇ ਵਿੱਚ ਬਹੁਤ ਅਹਿਮ ਦਿਹਾੜੇ ਸਾਡੇ, ਜਿਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਲੰਘਿਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਤੇ ਗੁਰਤਾ ਗੱਦੀ ਦਿਵਸ ਵੀ ਇਸ ਮਹੀਨੇ ਦੇ ਵਿੱਚ ਹੈ। ਤੇ ਸਾਧ ਸੰਗਤ ਜੀ, ਦੇਖਿਆ ਜਾਵੇ ਸਤਿਕਾਰਯੋਗ ਗਿਆਨੀ ਜੀ ਨੇ ਪਹਿਲਾਂ ਜਿਹੜਾ ਤੀਸਰਾ ਘੱਲੂਘਾਰਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਸੰਗਤਾਂ ਦੇ ਸਾਹਮਣੇ ਵਿਚਾਰ ਰੱਖੀ, ਇਹ ਵੀ ਜੇਠ ਦੇ ਮਹੀਨੇ ਦੇ ਵਿੱਚ ਵਾਪਰਿਆ। ਸਾਧ ਸੰਗਤ ਜੀ, ਜਿਵੇਂ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, ਉਹਨਾਂ ਦਾ 5 ਸਾਲ ਦਾ ਸੁਪੁੱਤਰ, ਉਹਦੀ ਸ਼ਹੀਦੀ ਹੋਈ। ਤੇ ਸਾਧ ਸੰਗਤ ਜੀ, ਅੱਜ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਬਾਬਾ ਜੀ ਨੇ ਪਹਿਲਾਂ ਬੇਨਤੀ ਕੀਤੀ ਹੈ, ਬੜੇ ਅਹਿਮ ਦਿਹਾੜੇ ਉਸ ਮਹੀਨੇ ਦੇ ਵਿੱਚ ਹੋਏ। ਸਾਧ ਸੰਗਤ ਜੀ, ਆਪਾਂ ਸਤ ਸੰਗਤ ਦੀ ਵਿਚਾਰ ਕਰਦੇ ਸੀ। ਸਤ ਸੰਗਤ ਹੈ ਕੀ? ਸਾਧੂ ਮਹਾਤਮਾ ਦੀ ਸੰਗਤ ਇੱਕ ਤਾਂ ਉਹ ਹੈ। ਸਾਧ ਸੰਗਤ ਜੀ, ਸੰਗਤ ਹੈ ਜਿਹੜੀ ਉਹ ਰੰਗਤ ਚਾੜ ਦਿੰਦੀ ਹੈ। ਸੰਗ ਦਾ ਭਾਵ ਕੀ ਹੈ? ਕਿਸੇ ਦੇ ਨਾਲ ਮੇਲ ਹੋਣਾ, ਮਿਲਾਪ ਹੋਣਾ। ਇੱਕ ਸੰਗਤ ਹੈ, ਇੱਕ ਸਤ ਸੰਗਤ ਹੈ। ਸੰਗਤ ਪਾਪੀਆਂ ਦੀ ਕਰ ਲਓ। ਸਾਧ ਸੰਗਤ ਜੀ, ਇੱਕ ਨਾ ਇੱਕ ਦਿਨ ਉਹ ਆ ਜਾਏਗਾ, ਇੱਕ ਦਿਨ ਸਾਡੇ ਤੇ ਅਸੀਂ ਪਾਪੀ ਬਣ ਜਾਵਾਂਗੇ। ਸ਼ਰਾਬੀਆਂ ਦੀ ਸੰਗਤ ਸ਼ਰਾਬੀ ਬਣਾ ਦੇਗੀ। ਤੇ ਸਾਧੂ ਮਹਾਤਮਾ ਦੀ ਕੀਤੀ ਹੋਈ ਸੰਗਤ ਹੈ ਜਿਹੜੀ, ਉਹ ਫਿਰ ਪਰਮੇਸ਼ਰ ਦੇ ਨਾਲ ਜੋੜ ਦੇਵੇਗੀ। ਧੰਨੋ ਪਰਮੇਸ਼ਰ ਦੇ ਪਿਆਰੇ, ਜਿਨ੍ਹਾਂ ਦੀ ਬਾਬਤ ਸਾਧ ਸੰਗਤ ਜੀ ਰਾਜਾ ਭਰਥਰੀ ਜੀ ਨੇ ਵਚਨ ਕੀਤੇ ਨੇ, ਜੋੜਨਹਾਰਾ ਸੰਤ। ਉਹ ਕਹਿੰਦੇ ਜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕੋਈ ਜੋੜ ਸਕਦਾ, ਉਹ ਪਰਮੇਸ਼ਰ ਦੇ ਪਿਆਰੇ ਜੋੜ ਸਕਦੇ ਨੇ। ਕਿਹੜੇ? ਜਿਹੜੇ ਆਪ ਜੁੜੇ ਹੋਏ ਨੇ। ਉਹਨਾਂ ਦੀ ਬਾਬਤ ਸਾਧ ਸੰਗਤ ਜੀ ਫਿਰ ਵਚਨ ਆਉਂਦੇ ਨੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸੰਤ ਰੱਬ ਨਾਲ ਜੋੜਦੇ, ਟੁੱਟੀਆਂ ਟੁੱਟੀਆਂ ਰੂਹਾਂ ਨੂੰ ਸੰਤ ਰੱਬ ਨਾਲ, ਟੁੱਟੀਆਂ ਰੂਹਾਂ ਨੂੰ ਸੰਤ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸੰਤ ਰੱਬ ਨਾਲ, ਰੱਬ ਨਾਲ ਜੋੜਦੇ, ਰੱਬ ਨਾਲ ਜੋੜਦੇ,
ਰੱਬ ਨਾਲ ਜੋੜ ਦੇ ਜੀ, ਰੱਬ ਨਾਲ ਜੋੜ ਦੇ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ, ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ। ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜ ਦੇ। ਉਹ ਪਰਮੇਸ਼ਰ ਦੇ ਪਿਆਰੇ ਜਿਹੜੇ ਆਪ ਜੁੜੇ ਹੋਏ ਨੇ, ਉਹੀ ਜੋੜ ਸਕਦੇ ਨੇ। ਹੁਣ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਕਰਦੇ ਨੇ ਇੱਕ ਗੁਰਮੁਖ ਗੁਰਸਿੱਖ, ਜਿਨ੍ਹਾਂ ਨੂੰ ਸੰਗਤ ਦਾ ਰੰਗ ਚੜ੍ਹ ਗਿਆ। ਧੰਨੋ ਪਰਮੇਸ਼ਰ ਦੇ ਫਿਰ ਪਿਆਰੇ ਜਿੱਥੇ ਬੈਠ ਜਾਂਦੇ ਨੇ ਉੱਥੇ ਧਰਤੀ ਨੂੰ ਭਾਗ ਲੱਗ ਜਾਂਦੇ ਨੇ। ਜਿੱਥੇ ਵੈਸਣ ਸੰਤ ਜਨ, ਜਿੱਥੇ ਵੈਸਣ ਸਾਧ ਜਨ, ਸੋ ਥਾਨ ਸੁਹੰਦਾ। ਉਹ ਧਰਤੀ ਵੀ ਪੂਜਨੀਕ ਤੇ ਸੋਭਨੀਕ ਬਣ ਜਾਂਦੀ ਹੈ। ਆਹ ਧਰਤੀ ਤੇ ਮਹਾਂਪੁਰਖਾਂ ਨੇ ਤਪੱਸਿਆ ਕੀਤੀ। ਅੱਜ ਸਾਧ ਸੰਗਤ ਜੀ ਰੰਗ ਲੱਗਿਆ ਹੋਇਆ। ਕਿੰਨੀ ਸੰਗਤ ਆਉਂਦੀ ਹੈ ਦੂਰ ਦਰੇਡੇ ਤੋਂ ਚਰਨ ਧੂੜ ਪ੍ਰਾਪਤ ਕਰਨ ਵਾਸਤੇ, ਨਤਮਸਤਕ ਹੋਣ ਵਾਸਤੇ। ਧੰਨੋ ਪਰਮੇਸ਼ਰ ਦੇ ਪਿਆਰੇ ਜਿੱਥੇ ਬੈਠਦੇ ਨੇ ਉੱਥੇ ਸਾਧ ਸੰਗਤ ਜੀ ਜਿਵੇਂ ਫੁੱਲਾਂ ਦੀ ਸੁਗੰਧੀ ਲੈਣ ਵਾਸਤੇ ਭੌਰੇ ਆ ਜਾਂਦੇ ਹੈ, ਉੱਥੇ ਜਗਿਆਸੂ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ। ਇਸ ਗੁਰਸਿੱਖ ਦਾ ਨਾਮ ਹੈ ਮਾਧੋ ਦਾਸ। ਭਾਈ ਮਾਧੋ ਦਾਸ ਜੀ ਕਸ਼ਮੀਰ ਦੇ ਇਲਾਕੇ ਦੇ ਵਿੱਚ ਵਿਚਰਨ ਲੱਗੇ, ਜਿੱਥੇ ਸੰਗਤ ਪ੍ਰੇਮ ਦੇ ਨਾਲ ਉਹਨਾਂ ਗੁਰਮੁਖਾਂ ਦੀ ਸੰਗਤ ਕਰਦੀ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਦਿੱਤਾ ਉਹ ਹਿਰਦੇ ਦੇ ਵਿੱਚ ਵਸਾ ਲਿਆ। ਸਾਧ ਸੰਗਤ ਜੀ ਅਸੀਂ ਵੀ ਗੁਰਬਾਣੀ ਪੜ੍ਹਦੇ ਸੁਣਦੇ ਹਾਂ, ਪਰ ਸਾਡੇ ਤੇ ਅਸਰ ਨਹੀਂ ਹੁੰਦਾ। ਕਿਉਂ? ਸਾਡਾ ਜਿਹੜਾ ਮਨ ਹੈ ਉਹ ਨਿਰਮਲ ਨਹੀਂ ਹੋਇਆ, ਜਿਹਦੀ ਬਾਬਤ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਸਾਡੀ ਮਤ ਹੈ ਜਿਹੜੀ ਪਾਪਾਂ ਦੇ ਨਾਲ ਭਰੀ ਪਈ ਹੈ। ਪਰਮੇਸ਼ਰ ਦਾ ਨਾਮ ਜਦ ਸਾਡੇ ਹਿਰਦੇ ਦੇ ਵਿੱਚ ਵਸੇਗਾ ਫਿਰ ਸਾਧ ਸੰਗਤ ਜੀ ਹਿਰਦਾ ਸਾਫ਼ ਹੋਣਾ। ਅੱਜ ਬਹੁਤੇ ਲੋਕ ਹੈ ਜਿਹੜੇ ਗੱਲਾਂ ਬਾਤਾਂ ਕਰਦੇ ਨੇ, ਪਰ ਸਾਧ ਸੰਗਤ ਜੀ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਪੜ੍ਹਿਆ ਕਰਦੇ। ਆਪਾਂ ਵੀ ਰਸਨਾ ਨੂੰ ਪਵਿੱਤਰ ਕਰੋ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਐ, ਨਾਮ ਜਪ ਧੋ ਲੈ ਬੰਦਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਐ, ਨਾਮ ਜਪ ਧੋ ਲੈ ਬੰਦਿਆ। ਨਾਮ ਜਪ ਧੋ ਲੈ ਬੰਦਿਆ। ਤੇਰੀ ਤੇਰੀ ਮਤ ਪਾਪਾਂ ਦੇ
ਨਾਮ ਜਪ ਤੋਲੇ ਬੰਦਿਆ, ਤੇਰੀ ਮਤ ਪਾਪਾਂ ਦੇ ਨਾਲ ਭਰ ਗਈ। ਨਾਮ ਜਪ ਤੋਲੇ ਬੰਦਿਆ, ਨਾਮ ਜਪ ਤੋਲੇ ਬੰਦੇ। ਨਾਮ ਜਪ ਜੀ ਤੋਲੇ ਬੰਦਿਆ, ਨਾਮ ਜਪ ਤੂੰ ਤੋਲੇ ਬੰਦਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ। ਨਾਮ ਜਪ ਤੋਲੇ ਬੰਦਿਆ, ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ। ਨਾਮ ਜਪ ਤੋਲੇ ਬੰਦਿਆ, ਹੁਣ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਸਾਡਾ ਜਿਹੜਾ ਹਿਰਦਾ ਹੈ, ਸਾਡੀ ਮਤ ਪਾਪਾਂ ਦੇ ਨਾਲ ਭਰੀ ਪਈ ਹੈ। ਇਸ ਕਰਕੇ ਸਾਡਾ ਮਨ ਹੈ ਜਿਹੜਾ ਭੜਕਦਾ ਰਹਿੰਦਾ ਹੈ, ਮਨ ਟਿਕਦਾ ਨਹੀਂ। ਮਨ ਸਾਧ ਸੰਗਤ ਜੀ ਭੜਕਦਾ ਕਿਉਂ ਹੈ? ਪਾਪਾਂ ਦੀ ਵਿਸੇ ਵਿਕਾਰਾਂ ਦੀ ਮੈਲ ਲੱਗੀ ਹੋਈ ਆ। ਸਤਿਗੁਰੂ ਜੀ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੋ। ਸਾਧ ਸੰਗਤ ਜੀ ਖੰਨਲੀ ਕੀ ਹੈ? ਖੰਨਲੀ ਕਹਿੰਦੇ ਨੇ ਇੱਕ ਕੱਪੜਾ ਹੁੰਦਾ ਹੈ ਜਿਹਦੇ ਨਾਲ ਕੋਹਲੂ ਸਾਫ਼ ਕੀਤਾ ਜਾਂਦਾ ਹੈ। ਤੇਲ ਕੱਢਣ ਵਾਲੇ ਜਿਹੜੇ ਕੋਹਲੂ ਹੁੰਦੇ ਨੇ ਉਹਨੂੰ ਸਾਫ਼ ਕਰਨ ਵਾਲੇ ਕੱਪੜੇ ਨੂੰ ਕਹਿੰਦੇ ਨੇ ਖੰਨਲੀ। ਉਹ ਭਾਵੇਂ ਚਿੱਟੇ ਰੰਗ ਦਾ ਦੁੱਧ ਵਰਗਾ ਕੱਪੜਾ ਕਿਉਂ ਨਾ ਹੋਵੇ, ਜਦ ਇੱਕ ਵਾਰ ਕੋਹਲੂ ਨੂੰ ਸਾਫ਼ ਕਰ ਦਿੱਤਾ ਤੇ ਉਹਨੂੰ ਭਾਵੇਂ ਇੱਕ ਵਾਰ ਛੱਡੋ 100 ਵਾਰ ਧੋਵੋ, ਸਰਫ ਦੇ ਨਾਲ ਧੋ ਲਓ, ਸਾਬਣ ਦੇ ਨਾਲ ਧੋ ਲਓ, ਸੋਡੇ ਦੇ ਨਾਲ ਧੋ ਲਓ, ਉਹ ਚਿੱਟਾ ਨਹੀਂ ਹੋ ਸਕਦਾ। ਮਹਾਰਾਜ ਜੀ ਕਹਿੰਦੇ ਤੇਰਾ ਜਿਹੜਾ ਮਨ ਹੈ ਨਾ, ਇਹ ਮਨ ਨੂੰ ਪਾਪਾਂ ਦੀ ਵਿਸੇ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਸ ਚੁਗਲੀ ਨਿੰਦਿਆ ਆਸਾ ਤ੍ਰਿਸ਼ਨਾ, ਇਹ ਇੱਕ ਮੈਲ ਲੱਗੀ ਹੋਈ ਹੈ। ਸਾਧ ਸੰਗਤ ਜੀ ਪਰਮੇਸ਼ਰ ਦੇ ਪਿਆਰੇ ਕਿਰਪਾ ਕਰ ਦੇਣ, ਸਾਨੂੰ ਨਾਮ ਦੇ ਨਾਲ ਜੋੜ ਦੇਣ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦੇਣ, ਤਾਂ ਇਹ ਮਨ ਸਾਡਾ ਨਿਰਮਲ ਹੋ ਜਾਏਗਾ। ਇਹ ਵਸਤੂ ਹੈ ਜਿਹੜੀ ਪਰਮੇਸ਼ਰ ਦੇ ਨਾਮ ਦੀ ਫੇਰ ਹਿਰਦੇ ਦੇ ਵਿੱਚ ਟਿਕੇਗੀ। ਹੁਣ ਸਾਧ ਸੰਗਤ ਜੀ ਬੇਅੰਤ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ। ਉਹ ਧੰਨ ਗੁਰਮੁਖ ਪਿਆਰੇ ਭਾਈ ਮਾਧੋ ਦਾਸ ਜੀ, ਜਿਨ੍ਹਾਂ ਦੀ ਸੰਗਤ ਹਰ ਰੋਜ਼ ਸੰਗਤ ਵੱਡੀ ਗਿਣਤੀ ਦੇ ਵਿੱਚ ਆਉਂਦੀ ਆ ਕਰਨ ਵਾਸਤੇ। ਹੁਣ ਸਾਧ ਸੰਗਤ ਜੀ ਰਾਤ ਦੇ ਵਕਤ ਪਰਮੇਸ਼ਰ ਦੇ ਪਿਆਰੇ ਉਪਦੇਸ਼ ਦਿੰਦੇ ਨੇ, ਭਾਈ ਮਨੁੱਖਾ ਜਨਮ ਹੈ ਜਿਹੜਾ ਇਹ ਵਾਰ-ਵਾਰ ਨਹੀਂ ਮਿਲਦਾ। ਦੇਖਿਆ ਜਾਵੇ
84 ਲੱਖ ਜੂਨ ਹੈ। 84 ਲੱਖ ਜੂਨ ਦਾ ਭੁਗਤਾਨ ਕਰਨ ਵਾਸਤੇ ਪਰਮੇਸ਼ਰ ਦੇ ਪਿਆਰੇ ਵਿਦਵਾਨ ਪੁਰਖਾਂ ਨੇ ਦਰਸਾਇਆ 7.5 ਅਰਬ ਸਾਲ ਬੀਤਣ ਤੋਂ ਬਾਅਦ ਕਿਤੇ ਮਨੁੱਖਾ ਜਨਮ ਦੁਬਾਰੇ ਮਿਲਦਾ ਹੈ। ਇਉਂ ਜੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਉਹ ਉਪਦੇਸ਼ ਨੂੰ ਦ੍ਰਿੜਾ ਰਹੇ ਨੇ। ਭਾਈ ਗੁਰਮੁਖੋ, ਇਹ ਮਨੁੱਖਾ ਦੇਹ ਹੈ ਜਿਹੜੀ ਇਹ ਬਾਰ-ਬਾਰ ਨਹੀਂ ਮਿਲਣੀ। ਸਾਧ ਸੰਗਤ ਜੀ ਬੇਅੰਤ ਸੰਗਤ ਆਉਂਦੀ ਆ, ਉਹਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਹੈਗਾ ਜਿਹਦੀ 17-18 ਸਾਲ ਦੀ ਉਮਰ ਹੈ, ਉਹ ਵੀ ਸੰਗਤ ਕਰਦਾ ਹੈ। ਨਾਮ ਦਾ ਰੰਗ ਚੜ੍ਹ ਗਿਆ, ਕਦੇ ਨਾ ਹੋਵਈ ਨਾ ਹੈ ਲਾਗਾ ਦਾਗਾ। ਪਰਮੇਸ਼ਰ ਦੇ ਪਿਆਰੇ ਜਦ ਕਿਰਪਾ ਕਰ ਦੇਣ ਫਿਰ ਇਹ ਰੰਗ ਚੜ੍ਹਦਾ ਹੈ, ਜਿਹਦੀ ਬਾਬਤ ਸਤਿਗੁਰੂ ਜੀ ਦੇ ਵਚਨ ਨੇ, ਕਿਰਪਾ ਹੋਈ ਤੇ ਲਾਲ ਰੰਗ ਲੱਗਦਾ ਕਰਮਾਂ ਵਾਲੇ ਬੰਦਿਆਂ ਦੇ। ਕਿਰਪਾ ਹੋਈ ਤੇ ਲਾਲ ਰੰਗ ਚੜ੍ਹਦਾ ਕਰਮਾਂ ਵਾਲੇ ਬੰਦਿਆਂ ਨੂੰ, ਤੇ ਲਾਲ ਰੰਗ ਚੜ੍ਹਦਾ ਕਰਮਾਂ ਵਾਲੇ ਬੰਦਿਆਂ। ਵਾਲੇ ਬੰਦਿਆਂ ਨੂੰ ਕਿਰਪਾ ਹੋਈ ਤੇ ਲਾਲ ਰੰਗ ਚੜ੍ਹਦਾ ਵਾਲੇ ਬੰਦਿਆਂ ਨੂੰ। ਕਿਰਪਾ ਹੋਈ ਤੇ ਲਾਲ ਰੰਗ ਚੜ੍ਹਦਾ ਕਰਮਾਂ ਵਾਲੇ ਬੰਦਿਆਂ ਨੂੰ। ਕਿਰਪਾ ਹੋਈ ਤੇ ਲਾਲ ਰੰਗ ਚੜ੍ਹਦਾ ਪਿਆਰੇ ਜੀ ਕਰਮਾਂ ਵਾਲੇ ਬੰਦਿਆਂ ਨੂੰ। ਪਿਆਰੇ ਜੀ ਕਰਮਾਂ ਵਾਲੇ ਬੰਦਿਆਂ ਨੂੰ। ਪਿਆਰੇ ਜੀ ਕਰਮਾਂ ਵਾਲੇ ਬੰਦਿਆਂ ਨੂੰ। ਕਿਰਪਾ ਹੋਈ ਤੇ ਲਾਲ ਰੰਗ ਲੱਗਦਾ ਜੀ ਕਰਮਾਂ ਵਾਲੇ। ਕਿਰਪਾ ਹੋਈ ਤੇ ਲਾਲ ਰੰਗ ਲੱਗਦਾ ਹਾਂਜੀ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਪਾ ਮੈਲਾ ਕਦੇ ਨਾ ਹੋਵਈ। ਹੁਣ ਸਾਧ ਸੰਗਤ ਜੀ ਐਸੀ ਕਿਰਪਾ ਹੋ ਗਈ, ਸੰਗਤ ਦੀ ਰੰਗਤ ਲੱਗ ਗਈ। ਉਸ ਨੌਜਵਾਨ ਬੱਚੇ ਨੂੰ ਨਾਮ ਦਾ ਰੰਗ ਚੜ੍ਹ ਗਿਆ, ਬੈਠ ਜਾਂਦਾ ਚੌਂਕੜਾ ਮਾਰ ਕੇ। ਨੇਤਰ ਬੰਦ ਨੇ ਕਿੰਨੇ ਕਿੰਨੇ ਘੰਟੇ ਕੋਈ ਪਤਾ ਨਹੀਂ ਲੱਗਦਾ। ਸਮਾਧੀ ਕੀ ਹੁੰਦੀ ਆ, ਉਸ ਸਮਾਧੀ ਕਹਿੰਦੇ ਆ। ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾ ਜਾਣਾ। ਦੇਸ ਕਾਲ ਤੇ ਵਸਤੂ ਤਿੰਨੇ ਭੁੱਲ ਜਾਣੇ। ਦੇਸ ਕੀ ਹੈ ਇਹ ਕੋਈ ਪਤਾ ਨਾ ਲੱਗਣਾ, ਅਸੀਂ ਕਿੱਥੇ ਬੈਠੇ ਹਾਂ।
ਕਾਲ ਸਮੇਂ ਦਾ ਕੋਈ ਪਤਾ ਨਹੀਂ ਲੱਗਦਾ, ਕਿੰਨਾ ਕੁ ਸਮਾਂ ਬਤੀਤ ਹੋ ਗਿਆ, ਬਸ ਤੂੰ ਆਪਣੇ ਸਰੀਰ ਦਾ ਵੀ ਖਿਆਲ ਨਹੀਂ ਰਹਿੰਦਾ। ਇਹ ਤਿੰਨ ਵਸਤੂਆਂ ਭੁੱਲ ਜਾਣੇ ਨੂੰ ਕਹਿੰਦੇ ਨੇ ਸਮਾਧੀ। ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾ ਜਾਣਾ। ਹੁਣ ਸਾਧ ਸੰਗਤ ਜੀ, ਉਹ ਨੌਜਵਾਨ ਬੱਚਾ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗਿਆ ਗਿਆ, ਇੱਕ ਇੱਕ ਸਵਾਸ ਉਹਦਾ ਲੇਖੇ ਲੱਗਦਾ ਹੈ, ਤੇ ਆਖਰਕਾਰ ਅੱਧੀ ਰਾਤ ਨੂੰ ਕਈ ਵਾਰ ਉੱਠ ਕੇ ਆਪਣੇ ਘਰ ਨੂੰ ਚਲਿਆ ਜਾਂਦਾ ਹੈ। ਉਧਰ ਸਾਧ ਸੰਗਤ ਜੀ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਉਹਨਾਂ ਤੇ ਕਸਵੱਟੀ ਵੀ ਲਾ ਦਿੰਦਾ ਹੈ ਪਰਖਣ ਵਾਸਤੇ। ਉਧਰ ਕੀ ਹੋਇਆ, ਰਾਜੇ ਦੇ ਮਹਿਲ ਦੇ ਵਿੱਚ ਚੋਰੀ ਹੋ ਗਈ, ਤੇ ਰਾਜੇ ਨੇ ਉਹਨਾਂ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਕਹਿੰਦੇ ਸੀ ਡੌਂਡੀ ਪਟਵਾ ਦਿੱਤੀ, ਜਾਂ ਕਹਿ ਦਿਓ ਹੋਕਾ ਦਵਾ ਦਿੱਤਾ, ਐਲਾਨ ਕਰਵਾ ਦਿੱਤਾ ਵੀ ਰਾਤ ਨੂੰ ਜਿਹੜਾ 9 ਵਜੇ ਤੋਂ ਬਾਅਦ 10 ਵਜੇ ਤੋਂ ਬਾਅਦ ਫਿਰਦਾ ਤੁਰਦਾ ਮਿਲ ਗਿਆ, ਉਹਨੂੰ ਸਜ਼ਾ ਮੌਤ ਦੀ ਦਿੱਤੀ ਜਾਣੀ ਹੈ। ਇੱਧਰ ਨਾਮ ਜਪਣ ਵਾਲੇ ਨੇ ਜਿਹੜੇ, ਜਿਨ੍ਹਾਂ ਨੂੰ ਦੁਨੀਆ ਦਾ ਪਤਾ ਕੋਈ ਨਹੀਂ, ਇੱਕੋ ਇੱਕ ਇਹ ਆ ਸੰਗਤ ਕਰਨੀ ਤੇ ਨਾਮ ਜਪਣਾ। ਆਖਰਕਾਰ ਹੁਣ ਜਿਹੜੇ ਪਰਿਵਾਰ ਵਾਲੇ ਨੇ ਉਹ ਵੀ ਸੋਚਦੇ ਨੇ ਇਹ ਜਾਂਦਾ ਕਿੱਥੇ ਹੈ। ਸਾਰੀ ਰਾਤ ਬੈਠਾ ਰਹਿੰਦਾ ਚੌਂਕੜਾ ਮਾਰ ਕੇ, ਸਾਡੇ ਕੰਮੋਂ ਤਾਂ ਗਿਆ। ਘਰ ਦੇ ਨੇ ਜਿਹੜੇ ਉਹ ਵੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੰਦੇ ਨੇ। ਸਾਧ ਸੰਗਤ ਜੀ ਜਿਨ੍ਹਾਂ ਦੀ ਬਾਬਤ ਸਤਿਗੁਰੂ ਮਹਾਰਾਜ ਜੀ ਕਹਿੰਦੇ ਪਰਿਵਾਰ ਵੀ ਸਾਥ ਛੱਡ ਦਿੰਦਾ ਹੈ। ਇੱਕ ਤਾਂ ਮੁਸ਼ਕਲ ਦਾ ਸਮਾਂ ਆਉਣ 'ਤੇ, ਇੱਕ ਜੇ ਕਿਤੇ ਪਰਮੇਸ਼ਰ ਦੇ ਨਾਲ ਜੁੜ ਜੇ ਨਾ ਕੋਈ, ਫਿਰ ਵੀ ਸਾਥ ਦੇਣ ਵਾਲੇ ਬਿਰਲੇ ਹੁੰਦੇ ਨੇ ਪਰਿਵਾਰ। ਹੁਣ ਸਾਧ ਸੰਗਤ ਜੀ ਉਹ ਘਰ ਨੂੰ ਜਦ ਤੁਰਨ ਲੱਗਿਆ, ਸਿਪਾਹੀਆਂ ਨੇ ਫੜ ਲਿਆ ਤੇ ਰਾਜੇ ਦੇ ਪੇਸ਼ ਕਰ ਦਿੱਤਾ। ਕਹਿਣ ਲੱਗੇ ਜੀ ਇਹ ਅੱਧੀ ਰਾਤ ਦੇ ਸਮੇਂ ਪਤਾ ਨਹੀਂ ਕਿੱਥੇ ਰਹਿੰਦਾ, ਕਿੱਧਰ ਨੂੰ ਜਾਂਦਾ ਹੈ, ਕੀ ਕਰਨ ਲੱਗਿਆ ਸੀ, ਕਿਹੜੀ ਵਾਰਦਾਤ ਨੂੰ ਇਹ ਅੰਜਾਮ ਦੇਣਾ ਸੀ ਇਹਨੇ। ਰਾਜਾ ਕਹਿਣ ਲੱਗਿਆ ਇਹਦੇ ਪਰਿਵਾਰ ਨੂੰ ਸੱਦਿਆ ਜਾਵੇ। ਪਰਿਵਾਰ ਨੂੰ ਸੱਦਿਆ, ਆ ਬੱਚਾ ਤੁਹਾਡਾ? ਕਹਿਣ ਲੱਗੇ ਹਾਂਜੀ ਬੱਚਾ ਤਾਂ ਸਾਡਾ ਹੈ। ਇਹ ਕਰਦਾ ਕੀ ਹੈ? ਕਹਿਣ ਲੱਗੇ ਕੋਈ ਪਤਾ ਨਹੀਂ, ਕੰਮ ਕਾਰ ਕੋਈ ਨਹੀਂ ਕਰਦਾ ਕਹਿਣ ਲੱਗੇ ਤੁਹਾਡੇ ਬੱਚੇ ਸਿਰ ਨਾ ਹੁਣ ਜਿਹੜਾ ਅੰਜਾਮ ਲੱਗਿਆ, ਅੰਜਾਮ ਇਹ ਲੱਗਦਾ ਹੈ ਵੀ ਇਹਨੂੰ ਮੌਤ ਦੀ ਸਜ਼ਾ ਦੇਣੀ ਹੈ। ਕੁਝ ਸਮਾਂ ਪਹਿਲਾਂ ਅਸੀਂ ਐਲਾਨ ਕਰਵਾਇਆ ਸੀ, ਰਾਤ ਦੇ ਸਮੇਂ ਜਿਹੜਾ ਫੜਿਆ ਗਿਆ ਉਹਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਹੈ। ਤੇ ਸਾਧ ਸੰਗਤ ਜੀ ਘਰ ਦੇ ਸੀ ਨਾ ਜਿਹੜੇ, ਸਾਰੇ ਚੁੱਪ ਕਰਕੇ ਖੜ ਗਏ। ਜਿਹਦੀ ਬਾਬਤ ਸਤਿਗੁਰੂ ਜੀ ਦੇ ਵਚਨ ਨੇ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਬਣ ਗਏ। ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ। ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ। ਲਾਗੂ ਸਭ ਦੁਸ਼ਮਣ ਹੋ ਗਏ, ਲਾਗੂ ਸਭ ਦੁਸ਼ਮਣ ਹੋ ਗਏ। ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ। ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਹੋ ਗਏ।
ਹੁਣ ਸਾਧ ਸੰਤ ਜੀ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ। ਹੁਣ ਸਤਿਗੁਰੂ ਮਹਾਰਾਜ ਜੀ ਦੇ ਉਹ ਬਚਨ ਸੱਚੇ ਹੋ ਗਏ। ਪਰਮੇਸ਼ਰ ਵੀ ਆਪਣੇ ਪਿਆਰਿਆਂ ਤੇ ਕੁਸਵੱਟੀ ਲਾਉਂਦਾ ਹੈ। ਉਧਰ ਸਾਧ ਸੰਤ ਜੀ ਘਰ ਵਾਲੇ ਸਾਰੇ ਵਾਪਸ ਚਲੇ ਗਏ। ਘਰ ਵਾਲੇ ਕਹਿਣ ਲੱਗੇ ਹੁਣ ਅਸੀਂ ਕੀ ਕਰ ਸਕਦੇ ਹਾਂ। ਰਾਜੇ ਨੇ ਸਜ਼ਾ ਸੁਣਾ ਦਿੱਤੀ ਤੇ ਰਾਜੇ ਨੂੰ ਅਪੀਲ ਕੌਣ ਕਰੇ, ਰਾਜੇ ਨੂੰ ਕੌਣ ਸਮਝਾਵੇ। ਸਾਰੇ ਵਾਪਸ ਚਲੇ ਗਏ ਤੇ ਸਾਧ ਸੰਤ ਜੀ ਉਧਰ ਫਾਂਸੀ ਦੇਣ ਦਾ ਉਸ ਸਮੇਂ ਇੱਕ ਢੰਗ ਨਵੇਕਲਾ ਹੁੰਦਾ ਸੀ। 2 ਲੱਕੜਾਂ ਸਾਧ ਸੰਤ ਜੀ ਉਹਦੇ ਵਿਚਾਲੇ ਸਾਧ ਸੰਗਤ ਦੇ ਕੇ ਧੌਣ ਇਉਂ ਫਾਂਸੀ ਦਿਆ ਕਰਦੇ। ਜਿਵੇਂ 2 ਲੱਕੜਾਂ ਗੱਡ ਦਿੱਤੀਆਂ, ਉਹਦੇ ਵਿਚਾਲੇ ਉੱਪਰ 2 ਲੱਕੜਾਂ ਦੇ ਵਿਚਾਲੇ ਸਿਰ ਲਮਕਾ ਦੇਣਾ, ਘੁੱਟ ਕੇ 2 ਲੱਕੜਾਂ ਦੇ ਵਿਚਾਲੇ ਇਉਂ ਕਹਿੰਦੇ ਫਾਂਸੀ ਦਿੰਦੇ ਸੀ। ਉਦੋਂ ਪਹਿਲਾਂ ਲਿਆਂਦਾ ਗਿਆ ਸਾਹਮਣੇ, ਕਹਿਣ ਲੱਗੇ ਭਾਈ ਦੱਸ ਤੇਰੀ ਅੰਤਮ ਇੱਛਾ, ਤੈਂ ਕਿਸੇ ਨੂੰ ਮਿਲਣਾ? ਕਹਿਣ ਲੱਗਿਆ ਮਿਲਣਾ ਮੈਂ ਕਿਸੇ ਨੂੰ ਨਹੀਂ, ਸੰਸਾਰ ਦੇ ਨਾਲੋਂ ਮੇਰਾ ਸੰਬੰਧ ਟੁੱਟ ਗਿਆ। ਇੱਕੋ ਇੱਕ ਸੰਬੰਧ ਹੈ, ਉਹ ਪਰਮੇਸ਼ਰ ਦੇ ਪਿਆਰੇ ਬਾਬਾ ਮਾਧੋ ਦਾਸ ਜੀ ਨੂੰ ਮੈਨੂੰ ਮਿਲਾ ਦਿਓ। ਬਾਬਾ ਮਾਧੋ ਦਾਸ ਜੀ ਕੋਲੇ ਸੁਨੇਹਾ ਭੇਜਿਆ, ਮਹਾਰਾਜ ਤੁਹਾਡੀ ਸੰਗਤ ਕਰਨ ਵਾਲਾ ਉਹ ਬੱਚਾ ਜਿਹਨੂੰ ਹੁਣ ਮੌਤ ਦੇ ਘਾਟ ਉਤਾਰ ਦੇਣ ਲੱਗੇ ਨੇ, ਤੇ ਅਪਾ ਕਰੋ ਕੋਈ। ਸਾਧ ਸੰਗਤ ਜੀ ਧੰਨ ਬਾਬਾ ਮਾਧੋ ਦਾਸ ਜੀ ਨੇ ਨੇਤਰ ਬੰਦ ਕੀਤੇ, ਕਹਿਣ ਲੱਗੇ ਭਾਈ ਇਹ ਕਸਵੱਟੀ ਹੈ। ਸਾਡੇ ਬੱਚੇ ਨੇ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਨੇ, ਉਹਨਾਂ ਦੇ ਪੇਪਰ ਹੁੰਦੇ ਨੇ, ਪੇਪਰਾਂ ਵਿੱਚੋਂ ਪਾਸ ਹੁੰਦੇ ਨੇ ਜਿਹੜੇ, ਉਹ ਫਿਰ ਸਾਧ ਸੰਗਤ ਜੀ ਕਿਸੇ ਮਕਾਮ ਤੱਕ ਪਹੁੰਚਦੇ ਨੇ। ਜਿਹੜੇ ਸਕੂਲਾਂ ਦੇ ਆਲੇ ਦੁਆਲੇ ਗੇੜੇ ਖਾ ਕੇ ਮੁੜ ਜਾਂਦੇ ਨੇ, ਉਹ ਕਦੇ ਵੀ ਕਿਸੇ ਮਕਾਮ 'ਤੇ ਨਹੀਂ ਪਹੁੰਚਦੇ। ਸਾਧ ਸੰਗਤ ਜੀ ਇਹ ਵੀ ਇੱਕ ਪਰਮਾਰਥ ਦੇ ਰਸਤੇ ਦੇ ਉੱਤੇ ਜਿਹੜੇ ਚੱਲੇ ਨੇ, ਉਹਨਾਂ ਨੂੰ ਵੀ ਪਰਚੇ ਪੈਂਦੇ ਨੇ, ਜਿਨ੍ਹਾਂ ਦੀ ਬਾਬਤ ਧੰਨ ਬਾਬਾ ਕਬੀਰ ਸਾਹਿਬ ਜੀ ਵਚਨ ਕਰਦੇ ਨੇ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰਜੀ ਵਾਹ ਹੋਏ। ਜਦ ਔਖੇ ਪਰਚੇ ਪੈਂਦੇ ਨੇ, ਜਦ ਔਖੇ ਪਰਚੇ ਪੈਂਦੇ ਨੇ, ਜਦ ਔਖੇ ਪਰਚੇ ਪੈਂਦੇ ਨੇ, ਔਖੇ ਪਰਚੇ ਪੈਂਦੇ ਨੇ, ਪਾਸ ਹੁੰਦਾ ਕੋਈ ਕੋਈ, ਔਖੇ ਪਰਚੇ ਪੈਂਦੇ ਨੇ, ਔਖੇ ਪਰਚੇ ਪੈਂਦੇ ਨੇ, ਕੋਈ ਕੋਈ। कबीर कसौटी राम की झूठा टिकै न कोय, राम कसौटी सो सह। उधर साध संगत जी धन बाबा माधो दास जी परमेश्वर दे प्यारे ਜਿਹੜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਕੇ ਨਾਮ ਦੇ ਵਿੱਚ ਰੰਗੇ ਗਏ, ਹੁਣ ਆਪ ਉੱਠੇ ਨੇ। ਹੁਣ ਸਾਧ ਸੰਗਤ ਜੀ ਤੁਰ ਪਏ ਜਿੱਧਰ ਰਾਜੇ ਦਾ ਦਰਬਾਰ ਸੀ। ਰਾਜਾ ਬੈਠਾ ਹੈ, ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ। ਜਿੱਥੇ ਉਹ ਬੱਚੇ ਨੂੰ ਫਾਂਸੀ ਦੇਣਾ ਸੀ, ਸੂਲੀ ਤੇ ਚੜ੍ਹਨਾ ਸੀ, ਜਾਂ ਕਹਿ ਦਿਓ ਸੂਲੀ ਇੱਕ ਵੱਖਰੀ ਹੁੰਦੀ ਹੈ,
ਇੱਕ ਫਾਂਸੀ ਦੀ ਸਜ਼ਾ ਵੱਖਰੀ ਹੁੰਦੀ ਹੈ। ਹੁਣ ਕਹਿੰਦੇ ਉਧਰ ਤੁਰੇ ਜਾਂਦੇ ਨੇ, ਰਾਜਾ ਦੇਖ ਕੇ ਉੱਠ ਕੇ ਖੜਾ ਹੋ ਗਿਆ। ਉਹਨਾਂ ਦਾ ਤਪ ਤੇਜ ਜਦ ਖੜਾ ਹੋਇਆ, ਕਹਿਣ ਲੱਗੇ, ਧੰਨ ਬਾਬਾ ਮਾਧੋ ਦਾਸ ਜੀ ਨੇ ਗਰਜਵੀਂ ਆਵਾਜ਼ ਦੇ ਵਿੱਚ ਕਹਿਣ ਲੱਗੇ ਨੇ, ਉਹ ਰਾਜਿਆ, ਇਹ ਕਿਹੜਾ ਨਿਆਂ ਕਰਨ ਲੱਗੇ ਹੈ? ਤੂੰ ਨਿਰਦੋਸ਼ਾਂ ਨੂੰ ਫੜ ਫੜ ਕੇ ਫਾਹੇ ਟੰਗਦਾ ਪਿਆ ਹੈ, ਤੇਰਾ ਕਦੇ ਵੀ ਭਲਾ ਨਹੀਂ ਹੋਏਗਾ। ਜਦ ਇਹ ਬਚਨ ਕੀਤੇ ਪਰਮੇਸ਼ਰ ਦੇ ਪਿਆਰਿਆਂ ਨੇ, ਰਾਜੇ ਦੇ ਹਿਰਦੇ ਤੇ ਘਰ ਕਰ ਗਏ। ਰਾਜਾ ਕੰਬਣ ਲੱਗ ਗਿਆ, ਹੱਥ ਜੋੜੇ, ਮਹਾਰਾਜ ਫਿਰ ਮੈਨੂੰ ਕੀ ਪਤਾ ਲੱਗੇਗਾ ਕੌਣ ਨਿਰਦੋਸ਼ਾ ਤੇ ਕੌਣ ਦੋਸ਼ੀ? ਪਰਮੇਸ਼ਰ ਦੇ ਪਿਆਰੇ ਧੰਨ ਬਾਬਾ ਮਾਧੋ ਦਾਸ ਜੀ ਕਹਿਣ ਲੱਗੇ, ਇਹ ਬੱਚਾ ਨੌਜਵਾਨ ਨਿਰਦੋਸ਼ ਹੈ। ਕਹਿੰਦਾ ਜੀ ਨਿਰਦੋਸ਼ ਦੀ ਨਿਸ਼ਾਨੀ ਦੱਸੋ। ਹੁਣ ਜਿਹੜੀਆਂ ਸੁੱਕੀਆਂ ਲੱਕੜਾਂ ਸੀ ਨਾ, ਜਿਹਦੇ ਵਿੱਚ ਸਾਧ ਸੰਗਤ ਜੀ ਸਿਰ ਰੱਖ ਕੇ ਧੌਣ ਘੁੱਟਿਆ ਕਰਦੇ, ਦੇਖਦਿਆਂ ਦੇਖਦਿਆਂ ਉਹ ਲੱਕੜਾਂ ਦੇ ਵਿੱਚੋਂ ਲਗਰਾਂ ਫੁੱਟਣ ਲੱਗ ਗਈਆਂ। ਕਹਿੰਦੇ ਦੇਖ ਸਾਹਮਣੇ, ਹੁਣ ਪਤਾ ਲੱਗ ਗਿਆ ਤੈਨੂੰ ਇਹ ਨਿਰਦੋਸ਼ ਹੈ। ਉਹ ਪਰਮੇਸ਼ਰ ਦੇ ਪਿਆਰਿਆਂ ਦੀ ਅਜ਼ਮਤ ਦੇਖ ਕੇ ਧੰਨ ਬਾਬਾ ਮਾਧੋ ਦਾਸ ਦੇ ਚਰਨਾਂ ਤੇ ਢਹਿ ਪਿਆ, ਮਹਾਰਾਜ ਕਿਰਪਾ ਕਰੋ। ਚਰਨਾਂ ਤੇ ਢਹਿ ਪਿਆ, ਨਾਲੇ ਉੱਚੀ ਉੱਚੀ ਰੋਣ ਲੱਗਿਆ, ਮਹਾਰਾਜ ਮੇਰਾ ਭਲਾ ਕਰੋ, ਮੈਂ ਅਪਰਾਧੀ ਹਾਂ, ਮੈਨੂੰ ਬਖਸ਼ ਲਓ। ਧੰਨ ਬਾਬਾ ਮਾਧੋ ਦਾਸ ਜੀ ਦੇ ਚਰਨਾਂ ਤੇ ਢਹਿ ਪਿਆ, ਮਹਾਰਾਜ बख्श लियो महाराज हम अपराधी, हम अपराधी। बख्श लियो महाराज हम अपराधी, हम अपराधी। ओ बख्श लियो महाराज हम अपराधी, हम अपराधी। बख्श लियो महाराज हम अपराधी, हम अपराधी। बख्श लियो महाराज हम अपराधी, हम अपराधी। हमें अपराधी, हमें अपराधी, हमें अपराधी, हमें अपराधी। हमें अपराधी, हमें अपराधी, हमें अपराधी, हमें अपराधी। बख्श लियो महाराज हमें अपराधी, हमें अपराधी। बख्श लियो महाराज हमें अपराधी, हमें अपराधी। ਰਾਜਾ ਤੇ ਚਰਨਾਂ ਤੇ ਢਹਿ ਪਿਆ, ਮਹਾਰਾਜ ਮੈਨੂੰ ਆਪਣਾ ਸੇਵਕ ਬਣਾ ਦਿਓ, ਮੈਨੂੰ ਆਪਣਾ ਸਿੱਖ ਬਣਾ ਦਿਓ। ਧੰਨੇ ਪਰਮੇਸ਼ਰ ਦੇ ਪਿਆਰੇ ਨੇ ਜਿਹੜੇ ਜ਼ਿੰਦਗੀ ਨੂੰ ਪਲਟਾ ਖਵਾ ਦਿੰਦੇ ਨੇ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪਨੀਤ। ਇੱਥੋਂ ਆਪਾਂ ਵਿਚਾਰ ਸ਼ੁਰੂ ਕੀਤੀ ਸੀ। ਧੰਨ ਬਾਬਾ ਮਾਧੋ ਦਾਸ ਜੀ ਕਹਿਣ ਲੱਗੇ, ਇਹ ਕਿਰਪਾ ਰਹਿਮਤ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੈ। ਜਿਨ੍ਹਾਂ ਦਾ ਮੈਂ ਮਰੀਦ ਹਾਂ ਉਹਨਾਂ ਦਾ ਤੂੰ ਵੀ ਮਰੀਦ ਬਣ ਜਾ।
ਕਹਿਣ ਲੱਗਿਆ ਜੀ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਿਲਣਗੇ ਕਿੱਥੇ? ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ, ਉਹਨਾਂ ਦੇ ਕੋਲ ਚੱਲਦੇ ਆ। ਜਦ ਕਹਿੰਦੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਪਹੁੰਚ ਗਏ ਨਾ, ਸਤਿਗੁਰੂ ਜੀ ਗੁਰਬਾਣੀ ਦਾ ਉਚਾਰਨ ਕਰਦੇ ਨੇ। ਫਿਰ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਜਿਹੜਾ ਅਸੀਂ ਸ੍ਰੀ ਰਹਿਰਾਸ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਨਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੂਜਰੀ ਰਾਗ ਦੇ ਵਿੱਚ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਉ ਪਰਿਆ। ਤੇ ਮਹਾਰਾਜ ਨੇ ਇੱਥੇ ਜਾ ਕੇ ਇਹਦਾ ਵਿਸ਼ਾ ਚੇਂਜ ਕਰ ਦਿੱਤਾ ਤੇ ਮਹਾਰਾਜ ਵਚਨ ਕਰਦੇ ਨੇ, ਮਾਧੋ ਜੀ ਜਿਹੜੇ ਤੁਹਾਡੀ ਸੰਗਤ ਕਰਨ ਵਾਲੇ ਨੇ ਉਹ ਤਰ ਗਏ, ਤੇ ਜਿਹੜੇ ਹੋਰ ਸੰਗਤ ਕਰਨਗੇ ਤੁਹਾਡੀ ਉਹਨਾਂ ਨੇ ਵੀ ਤਰ ਜਾਣਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਉਚਾਰਨ ਕੀਤੇ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ। ਮੇਰੇ ਮਾਧੋ ਜੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹ ਬੱਚੇ ਤੇ ਵੀ ਕਿਰਪਾ ਕਰ ਦਿੱਤੀ। ਮਹਾਰਾਜ ਵਚਨ ਕਰਦੇ ਨੇ, ਨਿਹਾਲ ਨਿਹਾਲ ਨਿਹਾਲ। 3 ਵਾਰ ਸਤਿਗੁਰੂ ਜੀ ਨੇ ਵਚਨ ਕੀਤਾ ਤੇ ਨਦਰ ਕਰਕੇ ਸਤਿਗੁਰੂ ਜੀ ਨੇ ਖੁਸ਼ੀਆਂ ਹੀ ਖੁਸ਼ੀਆਂ ਬਖਸ਼ ਦਿੱਤੀਆਂ। ਤੇ ਮਹਾਰਾਜ ਨੇ ਵਚਨ ਕੀਤਾ, ਭਾਈ ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਰਹੋ, ਤੁਹਾਡਾ ਲੋਕ ਤੇ ਪਰਲੋਕ ਸਫਲਾ ਹੋ ਗਿਆ। ਸਾਧ ਸੰਗਤ ਜੀ ਅਸੀਂ ਵੀ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸਥਾਨ 'ਤੇ ਆਏ ਹਾਂ, ਆ ਕੇ ਅਸੀਂ ਵੀ ਸਤ ਸੰਗਤ ਕਰੀਏ ਤੇ ਉਹਨਾਂ ਮਹਾਂਪੁਰਖਾਂ ਦੇ ਅੱਗੇ ਵੀ ਅਰਦਾਸ ਕਰੀਏ, ਮਹਾਂਪੁਰਖੋ ਕਿਰਪਾ ਕਰੋ ਸਾਡਾ ਵੀ ਸੰਸਾਰ 'ਤੇ ਆਇਆ ਸਫਲਾ ਹੋ ਜੇ। ਧੰਨੋ ਮਹਾਂਪੁਰਖ ਜਿਨ੍ਹਾਂ ਨੇ ਕਿੰਨੀ ਤਪੱਸਿਆ ਕੀਤੀ, ਕਿੰਨੀ ਬੰਦਗੀ ਕੀਤੀ ਤੇ ਸਾਧ ਸੰਗਤ ਜੀ ਆ ਧਰਤੀ ਨੂੰ ਰੰਗ ਚਾੜ੍ਹ ਦਿੱਤਾ ਮਹਾਂਪੁਰਖਾਂ ਨੇ। ਤੇ ਆਪਾਂ ਵੀ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰੀਏ ਸਾਡਾ ਵੀ ਸੰਸਾਰ 'ਤੇ ਆਇਆ ਸਫਲ ਹੋ ਜੇ, ਇੱਕ ਇੱਕ ਸਵਾਸ ਤੁਹਾਡੇ ਲੇਖੇ ਲੱਗ ਜੇ। ਇਹ ਅਰਦਾਸ ਕਰੋ। ਸਾਨੂੰ ਸਾਰਿਆਂ ਨੂੰ ਸਿੱਖੀ ਸਦਕ ਭਰੋਸੇ ਦੀ ਦਾਤ ਬਖਸ਼ੋ ਸਤਿਗੁਰੂ ਜੀ, ਸਾਡਾ ਸੰਸਾਰ 'ਤੇ ਆਇਆ ਸਫਲਾ ਹੋ ਜੇ। ਹੁਣ ਸਾਧ ਸੰਗਤ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਤੇ ਸਾਰੇ ਹੀ ਹੁਣ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਸ਼ਲੋਕ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਚੰਗਿਆਈਆਂ ਬੁਰਿਆਈਆਂ ਬਾਚਾ ਧਰਮ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।